ਵੈਲਕਮ ਟੂ ਜੀਕੇ ਸਟੱਡੀ ਪੁਆਇੰਟ। ਮੈਂ ਤੁਹਾਡਾ ਆਪਣਾ ਰਵੀ ਸਰ ਸੀਬੀਐਸਈ ਅਕੈਡਮੀ ਅਬੋਹਰ ਤੋਂ ਜੀ। ਅੱਜ ਅਸੀਂ ਡਿਸਕਸ ਕਰਾਂਗੇ ਜੀਕੇ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ। ਬਹੁਤ ਵਾਰੀ ਪੇਪਰਾਂ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਇਹ ਪੁੱਛਿਆ ਜਾਂਦਾ ਹੈ, ਤਾਂ ਕੌਂਸਟੇਬਲ ਦੇ ਪੇਪਰ ਦੇ ਵਿੱਚ ਇਹਦੇ ਵਿੱਚੋਂ ਇੱਕ ਕੁਐਸਚਨ ਆਉਣ ਦੇ ਤੁਹਾਡੇ ਪੂਰੇ ਚਾਂਸ ਨੇ। ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਵੂਮੈਨਸ ਦੇ ਉੱਪਰ ਬੜਾ ਜ਼ੋਰ ਦਿੱਤਾ ਜਾ ਰਿਹਾ ਇਸ ਵਾਰ, ਤਾਂ ਸੋ ਆਈ ਹੋਪ ਮੇਰੇ ਹਿਸਾਬ ਨਾਲ ਇਹ ਜਿਹੜਾ ਟੌਪਿਕ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਸੋ ਇਸ ਦੇ ਨਾਲ ਜਿਹੜਾ ਕਰੰਟ ਅਫੇਅਰ ਦੇ ਵਿੱਚ ਜੋ ਵੂਮੈਨਸ ਜਿਹੜੀਆਂ ਰਹੀਆਂ ਨੇ ਉਹ ਵੀ ਮੈਂ ਤੁਹਾਨੂੰ ਕਰੰਟ ਅਫੇਅਰ ਦੇ ਵਿੱਚ ਕਰਵਾਊਂਗਾ, ਪਰ ਸਟੈਟਿਕ ਦਾ ਇਹ ਪੋਰਸ਼ਨ ਕਰਨਾ ਤੁਹਾਡਾ ਬਹੁਤ ਜ਼ਰੂਰੀ ਹੈ। ਸੋ ਜ਼ਾਦਾ ਟਾਈਮ ਨਾ ਲੈਂਦੇ ਹੋਏ ਜੋ ਵੀ ਸਟੂਡੈਂਟ ਇਸ ਚੈਨਲ ਦੇ ਉੱਪਰ ਫਸਟ ਟਾਈਮ ਇਸ ਵੀਡੀਓ ਨੂੰ ਵੇਖ ਰਹੇ ਆ ਤਾਂ ਪਲੀਜ਼ ਇਸ ਵੀਡੀਓ ਨੂੰ ਤੁਹਾਨੂੰ ਚੰਗਾ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਆ ਜੇ। ਅਗਰ ਕਿਸ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਉਹ ਜ਼ਰੂਰ ਦੱਸ ਦਿਆ ਕਰੋ। ਠੀਕ ਹੈ ਜੀ। ਅਤੇ ਤੁਹਾਡੇ ਲਾਈਕ ਅਤੇ ਕਮੈਂਟ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ, ਅਤੇ ਇਸੇ ਤਰ੍ਹਾਂ ਦੀ ਵੀਡੀਓ ਨੂੰ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਬੈਲ ਆਈਕਨ ਦਾ ਬਟਨ ਦਬਾ ਦੇਣਾ। ਠੀਕ ਹੈ ਜੀ। ਤਾਂ ਆਓ ਜੀ ਹੁਣ ਅਸੀਂ ਆਪਣੀ ਵੀਡੀਓ ਨੂੰ ਸਟਾਰਟ ਕਰੀਏ। ਸਭ ਤੋਂ ਪਹਿਲਾਂ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਕੁਐਸਚਨ ਤੁਹਾਨੂੰ ਪੁੱਛ ਲੈਂਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਸਾਡੇ ਜਿਹੜੇ ਸੰਵਿਧਾਨ ਦੇ ਵਿੱਚ ਕੌਂਸਟੀਟਿਊਸ਼ਨ ਦੇ ਵਿੱਚ ਸਭ ਤੋਂ ਪਹਿਲਾ ਪਰਸਨ ਹਿੰਦੁਸਤਾਨ ਦਾ ਕੌਣ ਹੈ? ਨਾਗਰਿਕ ਸਭ ਤੋਂ ਪਹਿਲਾ ਨਾਗਰਿਕ ਹਿੰਦੁਸਤਾਨ ਦੇ ਵਿੱਚ ਕੌਣ ਹੈ? ਤਾਂ ਉਹ ਹੈਗੇ ਆ ਜੀ ਸਾਡੇ ਪ੍ਰੈਜ਼ੀਡੈਂਟ ਸਾਹਿਬ। ਤਾਂ ਉਹਨਾਂ ਦੇ ਵਿੱਚੋਂ ਇਹ ਹੁਣ ਸਾਡੇ ਇਹਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਸਾਡੇ ਇੰਡੀਆ ਦੇ ਵਿੱਚ ਫਸਟ ਵੂਮੈਨ ਜਿਹੜੀ ਕਿ ਰਾਸ਼ਟਰਪਤੀ ਬਣੇ ਆ, ਤਾਂ ਇਹ ਯਾਦ ਰੱਖਣਾ ਤੁਸੀਂ, ਪ੍ਰਤਿਭਾ ਸਿੰਘ ਦੇਵੀ ਸਿੰਘ ਪਾਟਿਲ। ਠੀਕ ਹੈ ਜੀ। ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਇਹ 12ਵੇਂ ਸੀਗੇ ਕਿ 13ਵੇਂ। ਕਮੈਂਟ ਬਾਕਸ ਦੇ ਵਿੱਚ ਮੈਨੂੰ ਤੁਸੀਂ ਦੱਸੋਗੇ ਇਹ ਕਿਹੜੇ ਸੀਗੇ। ਠੀਕ ਹੈ ਜੀ। ਮੈਂ ਤੁਹਾਨੂੰ ਦੇਖੂੰਗਾ, ਤੁਸੀਂ ਸਰਚ ਕਰਕੇ ਤੁਸੀਂ ਮੈਨੂੰ ਗੂਗਲ 'ਤੇ ਇਹ ਦੱਸਣਾ ਹੈ। ਠੀਕ ਹੈ ਜੀ। ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਰਾਸ਼ਟਰਪਤੀ ਬਣੇ ਸੀਗੇ। ਠੀਕ ਹੈ ਜੀ। ਪ੍ਰਤਿਭਾ ਦੇਵੀ ਸਿੰਘ ਪਾਟਿਲ। ਅਤੇ ਯਾਦ ਰੱਖਣਾ ਜੀ ਸਾਡੇ ਇੰਡੀਆ ਦੇ ਪਹਿਲੇ ਜਿਹੜੇ ਰਾਸ਼ਟਰਪਤੀ ਬਣੇ ਸੀ ਉਹ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ ਜੀ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਇਹ ਅਤੇ ਹੁਣ ਸਾਡੇ ਕੌਣ ਨੇ ਜੀ? ਹੁਣ ਹੈਗੇ ਨੇ ਸਾਡੇ ਡਾਕਟਰ ਰਾਮਨਾਥ ਕੋਵਿੰਦ ਜੀ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਅਤੇ ਰਾਮਨਾਥ ਕੋਵਿੰਦ ਜੀ ਇਹ ਸਾਡੇ ਹੁਣ ਇਸ ਟਾਈਮ ਦੇ ਰਾਸ਼ਟਰਪਤੀ ਨੇ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੈਕਸਟ ਟੌਪਿਕ ਦੇ ਉੱਪਰ। ਫਿਰ ਇਸ ਦੇ ਵਿੱਚ ਪੁੱਛਿਆ ਗਿਆ ਕਿ ਪਹਿਲੇ ਪ੍ਰਧਾਨ ਮੰਤਰੀ ਅਗਰ ਮੈਂ ਮੈਨਸ ਦੇ ਵਿੱਚ ਗੱਲ ਕਰਾਂ ਫਿਰ ਆਉਣਗੇ ਸਾਡੇ ਜਵਾਹਰ ਲਾਲ ਨਹਿਰੂ ਜੀ ਸਾਡੇ ਪਹਿਲੇ ਪ੍ਰਧਾਨ ਮੰਤਰੀ ਸੀਗੇ, ਅਤੇ ਸਭ ਤੋਂ ਜ਼ਿਆਦਾ ਲੌਂਗੈਸਟ ਟਾਈਮ ਤੱਕ 16 ਸਾਲ ਤੱਕ ਉਹ ਪ੍ਰਧਾਨ ਮੰਤਰੀ ਰਹੇ ਸੀਗੇ। ਅਤੇ ਤੁਹਾਨੂੰ ਪਤਾ ਜੀ ਸਾਡੇ ਇੰਡੀਆ ਦੇ ਵਿੱਚ ਰੀਅਲ ਹੈੱਡ ਕਿਹਨੂੰ ਕਿਹਾ ਜਾਂਦਾ ਹੈ? ਪ੍ਰਧਾਨ ਮੰਤਰੀ ਨੂੰ ਰੀਅਲ ਹੈੱਡ। ਠੀਕ ਹੈ ਜੀ। ਅਤੇ ਨੋਮੀਨਲ ਹੈੱਡ ਸਿਰਫ ਨਾਮ ਦਾ ਹੈੱਡ ਕਿਹਨੂੰ ਕਿਹਾ ਜਾਂਦਾ? ਸਾਡੇ ਰਾਸ਼ਟਰਪਤੀ ਨੂੰ। ਇਹ ਮੈਂ ਕੌਂਸਟੀਟਿਊਸ਼ਨ ਦੇ ਵਿੱਚ ਤੁਹਾਨੂੰ ਬਹੁਤ ਪ੍ਰੋਪਰ ਡਿਟੇਲ ਦੇ ਵਿੱਚ ਦੱਸੂੰਗਾ। ਅਤੇ ਸਾਡਾ ਇੱਥੇ ਕੁਐਸਚਨ ਬਣਦਾ ਕਿ ਪਹਿਲੀ ਪ੍ਰਧਾਨ ਮੰਤਰੀ ਸਾਡੀ ਕੌਣ ਸੀ ਜੀ? ਉਹ ਹੈਗੇ ਇੰਦਰਾ ਗਾਂਧੀ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਅਤੇ ਇਹਨਾਂ ਦੇ ਟਾਈਮ 'ਤੇ ਹੀ ਹੋਇਆ ਸੀਗਾ 1984 ਵਾਲਾ ਜਿਹੜਾ ਕਾਂਡ ਹੈ, ਇਸ ਨੂੰ ਆਪਾਂ ਇਸ ਦੇ ਟਾਈਮ 'ਤੇ ਇੱਕ ਆਪਰੇਸ਼ਨ ਚੱਲਿਆ ਸੀ, ਉਹਦਾ ਨਾਮ ਹੈ ਆਪਰੇਸ਼ਨ ਬਲੂ ਸਟਾਰ। ਇਹ ਵੀ ਪੇਪਰ ਦੇ ਵਿੱਚ ਬਹੁਤ ਵਾਰੀ ਪੁੱਛਿਆ ਗਿਆ, ਤਾਂ ਤੁਸੀਂ ਯਾਦ ਰੱਖਣਾ ਆਪਰੇਸ਼ਨ ਬਲੂ ਸਟਾਰ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 3rd ਨੰਬਰ ਦੇ ਉੱਪਰ, ਤਾਂ ਪਹਿਲੀ ਮਹਿਲਾ ਜਿਹੜੀ ਕਿ ਲੋਕ ਸਭਾ ਦੀ ਅਧਿਅਕਸ਼ ਬਣੀ ਸੀ। ਅਧਿਅਕਸ਼ ਮਤਲਬ ਕਹਿੰਦੇ ਹਾਂ ਜੀ ਸਪੀਕਰ। ਤੁਹਾਨੂੰ ਪਤਾ ਜੀ ਲੋਕ ਸਭਾ ਸਾਡੀ ਹੈ ਜਿਹਦੇ ਵਿੱਚ ਕੀ ਹੁੰਦੇ ਜੀ ਜਿਹਦੇ ਵਿੱਚ ਆਪਣੇ ਕਿੰਨੇ ਮੈਂਬਰ ਨੇ? 552 ਮੈਂਬਰ ਨੇ। ਠੀਕ ਹੈ ਜੀ। 2 ਹੁੰਦੇ ਨੇ ਐਂਗਲੋ ਇੰਡੀਅਨ ਅਤੇ 550 ਸਾਡੇ ਕਿੰਨੇ ਹੋ ਸਕਦੇ ਆ ਮੈਕਸਿਮਮ ਮੈਂਬਰ ਨੇ। ਠੀਕ ਹੈ ਜੀ। ਅਤੇ ਐਕਚੁਅਲ ਦੇ ਵਿੱਚ ਚੁਣਾਵ ਕਿੰਨੇ ਦੇ ਉੱਪਰ ਹੁੰਦਾ ਹੈ? 545 ਮੈਂਬਰਾਂ ਦੇ ਉੱਪਰ। ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ। ਉਹਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਇੱਕ ਪਰਸਨ ਚੁਣਿਆ ਜਾਂਦਾ ਜਿਹਨੂੰ ਆਪਾਂ ਕਹਿੰਦੇ ਲੋਕ ਸਭਾ ਦਾ ਸਪੀਕਰ। ਠੀਕ ਹੈ ਜੀ। ਲੋਕ ਸਭਾ ਸਪੀਕਰ। ਇਹ ਲੋਕ ਸਭਾ ਦਾ ਸਪੀਕਰ ਹੁਣ ਇਹ ਯਾਦ ਰੱਖਣਾ ਕਿ ਪਹਿਲੇ ਕੌਣ ਬਣੇ ਸੀ, ਅਤੇ ਇਹ ਯਾਦ ਰੱਖਣਾ ਜੀ.ਵੀ. ਮਵਲੰਕਰ। ਇਹ ਤੁਸੀਂ ਯਾਦ ਰੱਖਣਾ ਹੈ ਜੀ.ਵੀ. ਮਵਲੰਕਰ। ਅਤੇ ਹੁਣ ਇਸ 'ਤੇ ਪੁੱਛਿਆ ਗਿਆ ਕਿ ਮਹਿਲਾ ਲੋਕ ਸਭਾ ਸਪੀਕਰ ਪਹਿਲੀ ਵਾਰੀ ਕੌਣ ਬਣੇ ਸੀ? ਤਾਂ ਮੀਰਾ ਕੁਮਾਰ। ਠੀਕ ਹੈ ਜੀ। ਇਹ ਤੁਸੀਂ ਲੇਡੀ ਦਾ ਨਾਮ ਯਾਦ ਰੱਖਣਾ। ਉਸ ਤੋਂ ਬਾਅਦ ਲੋਕ ਸਭਾ ਦੇ ਪ੍ਰਥਮ ਮਹਿਲਾ ਮਹਾਸਚਿਵ ਦਾ ਮਤਲਬ ਹੁੰਦਾ ਸੈਕਟਰੀ। ਤੁਸੀਂ ਵੇਖਿਆ ਹੋਏਗਾ ਕਿ ਸਭ ਤੋਂ ਵੱਡੀ ਪੋਸਟ ਹੁੰਦੀ ਹੈ IAS। ਆਪਣੀ ਲਾਈਫ ਦੇ ਵਿੱਚ ਸਭ ਤੋਂ ਪਹਿਲਾਂ ਲਾਸਟ ਦੇ ਵਿੱਚ ਕਿੱਥੇ ਪਹੁੰਚ ਸਕਦਾ? ਉਹ ਜੁਆਇੰਟ ਸੈਕਟਰੀ ਤੱਕ ਜਾ ਸਕਦਾ। ਮਤਲਬ ਇਹ ਜਿਵੇਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਵੇਂ ਆਪਣੇ ਕੋਈ ਮਿਨਿਸਟਰ ਹੈ, ਕੈਬਨਿਟ ਮਿਨਿਸਟਰ ਦੇ ਥੱਲੇ ਸਾਰਾ ਕੰਮ ਕਿਹਨੇ ਵੇਖਣਾ ਹੁੰਦਾ? ਇੱਕ ਸੈਕਟਰੀ ਨੇ ਵੇਖਣਾ ਹੁੰਦਾ। ਉਹ ਕੌਣ ਹੁੰਦਾ ਜੀ? ਇੱਕ IAS ਅਧਿਕਾਰੀ ਹੁੰਦਾ। ਠੀਕ ਹੈ ਜੀ। ਜਿਹਨੂੰ ਆਪਾਂ ਜੁਆਇੰਟ ਸੈਕਟਰੀ ਕਹਿ ਦਿੰਦੇ ਹਾਂ। ਤਾਂ ਉਹ ਪੁੱਛਿਆ ਗਿਆ ਕਿ ਸਪੀਕਰ ਦੇ ਹੇਠਾਂ ਇੱਕ ਸੈਕਟਰੀ ਹੁੰਦਾ ਜੀ, ਉੱਥੇ ਤੱਕ ਪਹਿਲੀ ਮਹਿਲਾ ਕੌਣ ਪਹੁੰਚੇ ਸੀ? ਤਾਂ ਉਹ ਸੀਗੀ ਸਨੇਹਲਤਾ ਸ਼੍ਰੀਵਾਸਤਵ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਅਤੇ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ। ਅਤੇ ਚੌਥੇ ਨੰਬਰ 'ਤੇ ਲੋਕ ਸਭਾ ਦੇ ਪ੍ਰਥਮ ਮਹਾਸਚਿਵ ਹੋ ਗਿਆ। 5ਵੇਂ ਨੰਬਰ 'ਤੇ ਪ੍ਰਥਮ ਭਾਰਤ ਦੀ ਰਾਜ ਸਭਾ ਦੇ ਵਿੱਚ ਉਪ ਸਭਾਪਤੀ। ਮਤਲਬ ਪਹਿਲੇ ਰਾਜ ਸਭਾ ਕਿੰਨੀ ਹੈ? ਰਾਜ ਸਭਾ ਦਾ ਤੁਹਾਨੂੰ ਪਤਾ ਹੋਵੇਗਾ ਕਿੰਨੇ ਮੈਂਬਰ ਹੁੰਦੇ ਨੇ? 250 ਮੈਂਬਰ ਹੁੰਦਾ ਉਹਦੇ ਵਿੱਚ, ਅਤੇ 245 ਦੇ ਉੱਪਰ ਚੁਣਾਵ ਹੁੰਦਾ ਹੈ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਹਦੇ ਵਿੱਚ 12 ਜਿਹੜੇ ਹੁੰਦੇ ਨੇ ਪਰਸਨ ਕੀ ਹੈ? ਡਾਇਰੈਕਟ ਪ੍ਰੈਜ਼ੀਡੈਂਟ ਦੇ ਦੁਆਰਾ ਲੋਕ ਸਭਾ ਜਿਹੜੇ
MP ਜਿਹੜੇ ਹੁੰਦੇ ਆ ਉਹਨਾਂ ਨੂੰ ਚੁਣਿਆ ਜਾਂਦਾ ਹੈ, ਡਾਇਰੈਕਟ ਨੋਮੀਨੇਟ ਕੀਤਾ ਜਾਂਦਾ ਹੈ। ਤਾਂ ਕੁੱਲ ਮਿਲਾ ਕੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਨੂੰ ਮਿਲਾ ਕੇ 14 ਮੈਂਬਰ ਜਿਹੜੇ ਨੇ ਆਪਣੇ ਸਿੱਧੇ ਡਾਇਰੈਕਟ ਨੋਮੀਨੇਟ ਕੀਤੇ ਜਾਂਦੇ ਨੇ ਐਜ਼ ਏ MP, ਠੀਕ ਹੈ ਜੀ। MP ਉਹਨਾਂ ਨੂੰ ਨਿਯੁਕਤ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਵੱਲੋਂ। ਤੇ ਉਹਦੇ ਵਿੱਚ ਪੁੱਛਿਆ ਕਿ ਰਾਜ ਸਭਾ ਨੂੰ ਚਲਾਉਣ ਵਾਸਤੇ, ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਲੋਕ ਸਭਾ ਨੂੰ ਚਲਾਉਣ ਵਾਸਤੇ ਕੀ ਸੀਗਾ, ਸਪੀਕਰ, ਇਸੇ ਤਰ੍ਹਾਂ ਰਾਜ ਸਭਾ ਨੂੰ ਚਲਾਉਣ ਵਾਸਤੇ ਕੌਣ ਹੁੰਦਾ ਜੀ, ਚੇਅਰਮੈਨ। ਇਹ ਚੇਅਰਮੈਨ ਕੌਣ ਹੁੰਦਾ ਜੀ, ਜੋ ਸਾਡੇ ਦੇਸ਼ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਜੋ ਵੀ ਬਣੇਗਾ ਉਹ ਸਾਡੇ ਦੇਸ਼ ਦਾ ਪਹਿਲਾਂ ਕੀ ਹੋਵੇਗਾ, ਰਾਜ ਸਭਾ ਦਾ ਆਟੋਮੈਟਿਕ ਚੇਅਰਮੈਨ ਬਣ ਜਾਂਦਾ। ਇਸ ਨੂੰ ਕੀ ਕਹਿੰਦੇ ਆਪਾਂ, ਐਕਸ ਓਫੀਸ਼ੀਅਲ ਚੇਅਰਮੈਨ। ਤੇ ਇੱਥੇ ਪੁੱਛਿਆ ਗਿਆ ਕਿ ਪਹਿਲੀ ਮਹਿਲਾ ਰਾਜ ਸਭਾ ਸਭਾਪਤੀ, ਰਾਜ ਮਹਿਲਾ ਉਹ ਕੌਣ ਬਣੀ ਸੀ, ਤਾਂ ਵਾਇਲੇਟ ਅਲਵਾ ਨਾਮ ਤੇ ਪਰਸਨ ਜਿਹੜੇ ਸੀਗੀ ਇਹ ਬਣੀ ਸੀ ਪਹਿਲੀ ਮਹਿਲਾ ਉਪ ਸਭਾਪਤੀ, ਕਿਉਂਕਿ ਚੇਅਰਮੈਨ ਤੇ ਉਹਦੇ ਥੱਲੇ ਕੀ ਹੁੰਦੇ ਆ, ਡਿਪਟੀ ਚੇਅਰਮੈਨ, ਠੀਕ ਹੈ ਜੀ, ਡਿਪਟੀ ਚੇਅਰਮੈਨ ਵੀ ਹੁੰਦੇ ਆ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪ੍ਰਥਮ ਮਹਿਲਾ ਕੇਂਦਰੀ ਮੰਤਰੀ, ਜਿਹਨੂੰ ਆਪਾਂ ਕਹਿੰਦੇ ਨੇ ਕੈਬਨਿਟ ਮਿਨਿਸਟਰ। ਕੈਬਨਿਟ ਮਿਨਿਸਟਰ ਕੋਲ ਸਭ ਤੋਂ ਜ਼ਿਆਦਾ ਪਾਵਰ ਹੁੰਦੀ ਹੈ ਜੀ। ਦੇਸ਼ ਦੇ ਵਿੱਚ ਕੋਈ ਵੀ ਐਮਰਜੈਂਸੀ ਡਿਸੀਜਨ ਲੈਣਾ ਤਾਂ ਪ੍ਰਧਾਨ ਮੰਤਰੀ ਤੇ ਉਹਦੇ ਨਾਲ 20 ਦੀ ਟੀਮ ਹੁੰਦੀ ਹੈ ਘੱਟੋ ਘੱਟ, ਉਹਨੂੰ ਆਪਾਂ ਕਹਿੰਦੇ ਕੈਬਨਿਟ ਮਿਨਿਸਟਰ। ਆਪਾਂ ਜਿੰਨੇ ਵੀ ਪੇਪਰਾਂ ਦੇ ਕੁਐਸਚਨ ਪੁੱਛੇ ਜਾਂਦੇ ਨੇ ਕੈਬਨਿਟ ਮਿਨਿਸਟਰ ਪੁੱਛੇ ਜਾਂਦੇ ਨੇ। ਜਿਵੇਂ ਕਿ ਫਾਈਨੈਂਸ ਮਿਨਿਸਟਰ ਕੌਣ ਹੈ, ਤਾਂ ਫਾਈਨੈਂਸ ਮਿਨਿਸਟਰ ਹੁਣ ਨਿਰਮਲਾ ਸੀਤਾਰਮਨ ਹੈ, ਤੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਨੇ। ਉਸ ਤੋਂ ਬਾਅਦ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ, ਠੀਕ ਹੈ ਜੀ। ਇਸ ਤਰ੍ਹਾਂ ਸਾਡੇ ਇੰਡਸਟਰੀਅਲ ਮਿਨਿਸਟਰ ਕੌਣ ਨੇ, ਪਿਊਸ਼ ਗੋਇਲ ਨੇ, ਰੇਲਵੇ ਮਿਨਿਸਟਰ। ਇਸ ਤਰ੍ਹਾਂ ਸਾਡੇ ਜਿੰਨੇ ਵੀ ਮਿਨਿਸਟਰ ਆਪਾਂ ਯਾਦ ਕਰਦੇ ਹਾਂ ਉਹ ਸਾਰੇ ਹੁੰਦੇ ਨੇ ਕੈਬਨਿਟ ਮਿਨਿਸਟਰ, ਕੇਂਦਰੀ ਮੰਤਰੀ। ਤੇ ਕਹਿੰਦੇ ਆ ਜੀ ਪਹਿਲੀ ਵਾਰੀ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ 1947 ਦੇ ਵਿੱਚ, ਤਾਂ ਪਹਿਲੇ ਇਲੈਕਸ਼ਨ ਹੋਏ ਸੀ ਜਨਰਲ ਇਲੈਕਸ਼ਨ 1951 ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਪਹਿਲੀ ਲੋਕ ਸਭਾ ਦੇ ਇਲੈਕਸ਼ਨ। ਤਾਂ ਉਸ ਟਾਈਮ ਦੇ ਵਿੱਚ ਪਹਿਲੀ ਕੇਂਦਰੀ ਮੰਤਰੀ ਕੌਣ ਬਣੀ ਸੀ, ਤਾਂ ਉਹਨਾਂ ਦਾ ਨਾਮ ਸੀ ਰਾਜਕੁਮਾਰੀ ਅੰਮ੍ਰਿਤਾ ਕੌਰ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਉਸ ਤੋਂ ਬਾਅਦ ਪਹਿਲਾ ਮਹਿਲਾ ਸਾਂਸਦ, ਮਤਲਬ ਪਹਿਲੀ MP ਲੇਡੀ ਕੌਣ ਬਣੀ ਸੀ, ਤਾਂ ਉਹ ਹੈ ਰਾਧਾ ਬਾਈ ਸੁਬਰਮਨ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਤੇ ਉਸ ਤੋਂ ਬਾਅਦ ਆਪਾਂ ਨਾ ਪਹਿਲੇ ਪ੍ਰਥਮ ਮਹਿਲਾ ਰਾਜਪਾਲ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਦੀ ਸਟਾਰ ਮਾਰਕ ਕਰ ਲਓ ਇਸ ਨੂੰ। ਸਰੋਜਨੀ ਨਾਇਡੂ ਪਹਿਲੀ ਸਾਡੇ ਦੇਸ਼ ਦੀ ਕੀ ਸੀ, ਰਾਜਪਾਲ ਬਣੀ ਸੀ, ਗਵਰਨਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ, ਠੀਕ ਹੈ ਜੀ। ਪਹਿਲੀ ਗਵਰਨਰ ਕੌਣ ਬਣੀ ਸੀ, ਉਹ ਵੀ ਬਣੇ ਸੀ ਉੱਤਰ ਪ੍ਰਦੇਸ਼ ਤੋਂ। ਇਹਦਾ ਕੁਐਸਚਨ ਇੱਕ ਹੋਰ ਆਉਂਦਾ ਹੁੰਦਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਸਾਡੀ ਜਿਹੜੀ ਸੀ 1985 ਦੇ ਵਿੱਚ ਬਣੀ ਸੀ, ਠੀਕ ਹੈ ਜੀ, ਉਸ ਦੀ ਪਹਿਲੀ ਮਹਿਲਾ ਅਧਿਅਕਸ਼ ਕੌਣ ਬਣੀ ਸੀ, ਤਾਂ ਉਹ ਯਾਦ ਰੱਖਣਾ ਐਨੀ ਬੈਸੈਂਟ, ਠੀਕ ਹੈ ਜੀ। ਤੇ ਪਹਿਲੀ ਮਹਿਲਾ ਸੀ, ਤੇ ਪਹਿਲੀ ਇੰਡੀਅਨ ਮਹਿਲਾ ਕਿਹੜੀ ਪ੍ਰੈਜ਼ੀਡੈਂਟ ਬਣੀ ਸੀ, ਤਾਂ ਉਹ ਯਾਦ ਰੱਖਣਾ ਸਰੋਜਨੀ ਨਾਇਡੂ। ਇਹਦਾ 2 ਕੁਐਸਚਨ ਆਉਂਦੇ ਨੇ ਪੇਪਰ ਦੇ ਵਿੱਚ, ਧਿਆਨ ਰੱਖਣਾ ਬਿਲਕੁਲ। ਤੇ ਉਸ ਤੋਂ ਬਾਅਦ ਆਉਂਦਾ ਜੀ ਇੰਡੀਆ ਦੇ ਵਿੱਚ IAS ਦਾ ਟੈਸਟ, ਮਤਲਬ IAS ਹੋ ਗਿਆ, IFS ਹੋ ਗਿਆ। ਇੰਡੀਆ ਦੇ ਵਿੱਚ ਟੌਪ ਮੋਸਟ A ਗਰੁੱਪ ਦੀਆਂ ਪੋਸਟਾਂ ਨੂੰ ਭਰਨ ਵਾਸਤੇ ਸਾਡੇ ਕੋਲ ਇੱਕ ਡਿਪਾਰਟਮੈਂਟ ਹੈ ਜਿਹਨੂੰ ਆਪਾਂ ਕਹਿੰਦੇ ਹਾਂ UPSC। ਆਰਟੀਕਲ ਨੰਬਰ 315 ਦੇ ਵਿੱਚ ਇਹਦਾ ਮੈਂਸ਼ਨ ਕੀਤਾ ਸੰਵਿਧਾਨ ਦੇ ਵਿੱਚ ਕਿ UPSC ਬੋਡੀ ਹੋਵੇਗੀ ਜਿਹੜਾ ਕਿ ਟੌਪ ਦੇ ਪੇਪਰ ਲਿਆ ਕਰੇਗੀ। ਤੇ ਉਸ ਦੇ ਵਿੱਚ ਦੱਸਿਆ ਕਿ UPSC ਦੀ ਪ੍ਰਥਮ ਮਹਿਲਾ ਅਧਿਅਕਸ਼ ਕੌਣ ਬਣੀ ਸੀ, ਤਾਂ ਰੋਜ਼ ਮਿਲੀਅਨ ਬੈਥਿਊ, ਇਹ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਪੁੱਛਿਆ ਗਿਆ ਤੁਹਾਨੂੰ ਕਿ ਭਾਰਤ ਦੇ ਵਿੱਚ ਪ੍ਰਥਮ ਮਹਿਲਾ ਸ਼ਾਸਿਕਾ, ਮਤਲਬ ਪਹਿਲੀ ਮਹਿਲਾ ਰਾਜਾ ਕੌਣ ਬਣਿਆ ਸੀ, ਮਹਿਲਾ ਜਿਹੜੀ ਰਾਜੇ ਦੀ ਪੋਸਟ 'ਤੇ ਪਹੁੰਚੀ ਸੀ, ਤਾਂ ਉਹ ਸੀ ਰਜ਼ੀਆ ਸੁਲਤਾਨ। ਤੁਹਾਨੂੰ ਪਤਾ ਹੋਵੇਗਾ ਪਹਿਲੀ ਮਹਿਲਾ ਰਜ਼ੀਆ ਸੁਲਤਾਨ ਇਲਤੁਤਮਿਸ਼ ਦੀ ਬੇਟੀ ਸੀ। ਇਲਤੁਤਮਿਸ਼ ਤੁਹਾਨੂੰ ਪਤਾ ਹੋਵੇਗਾ ਗੁਲਾਮ ਵੰਸ਼, ਤੁਹਾਨੂੰ ਦਿੱਲੀ ਸਲਤਨਤ ਜਦੋਂ ਤੁਸੀਂ ਪੜ੍ਹੋਗੇ ਉਹਦੇ ਵਿੱਚ ਗੁਲਾਮ ਵੰਸ਼ ਹੈ। ਗੁਲਾਮ ਵੰਸ਼ ਤੋਂ ਬਾਅਦ ਕੁਤੁਬਦੀਨ ਐਬਕ ਤੋਂ ਬਾਅਦ ਸੀ ਇਲਤੁਤਮਿਸ਼ ਦੀ ਬੇਟੀ ਸੀ ਰਜ਼ੀਆ ਸੁਲਤਾਨਾ, ਜਿਹੜੀ ਕਿ 4 ਸਾਲ ਵਾਸਤੇ ਗੱਦੀ ਦੇ ਉੱਪਰ ਬੈਠੀ ਸੀ 1236 ਤੋਂ ਲੈ ਕੇ 40 ਤੱਕ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਪੇਪਰ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਕੁਐਸਚਨ ਆ ਸਕਦਾ ਪੇਪਰ ਦੇ ਵਿੱਚ ਤੁਹਾਨੂੰ, ਠੀਕ ਹੈ ਜੀ। ਕੈਂਥਲ ਦੇ ਨੇੜੇ ਇਹਦੀ ਹੱਤਿਆ ਕਰ ਦਿੱਤੀ ਗਈ ਸੀ, ਇਹ ਵੀ ਯਾਦ ਰੱਖਣਾ। ਤੇ ਉਸ ਤੋਂ ਬਾਅਦ 11ਵਾਂ ਕੁਐਸਚਨ ਸਾਡਾ ਬਣਦਾ ਹੈ ਕਿ ਭਾਰਤ ਦੀ ਪਹਿਲੀ ਮਹਿਲਾ IAS ਅਧਿਕਾਰੀ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਅੰਨਾ ਜਾਰਜ ਦੀ IAS ਅਧਿਕਾਰੀ ਹੁੰਦੀ ਹੈ ਸਭ ਤੋਂ ਟੌਪ ਆਫਿਸਰ, ਜਿਹੜਾ ਜਿਹਨੂੰ ਕਹਿੰਦੇ ਜ਼ਿਲ੍ਹਾ ਇੱਕ DC ਆਫਿਸਰ ਹੁੰਦਾ, DC ਜਾਂ ਡਿਸਟ੍ਰਿਕਟ ਮੈਜਿਸਟ੍ਰੇਟ, ਸਭ ਤੋਂ ਵੱਡੀ ਪੋਸਟ ਹੁੰਦੀ ਜ਼ਿਲ੍ਹੇ ਨੂੰ ਸੰਭਾਲਣ ਵਾਸਤੇ। ਇਸੇ ਤਰ੍ਹਾਂ ਪਹਿਲੀ IAS ਅਧਿਕਾਰੀ ਕੌਣ ਬਣੀ ਸੀ, ਅੰਨਾ ਜਾਰਜ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਪਹਿਲੀ ਮਹਿਲਾ IPS ਅਧਿਕਾਰੀ, ਇਹ ਸਭ ਨੂੰ ਪਤਾ ਹੋਏਗਾ, ਕਿਰਨ ਬੇਦੀ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਤੁਸੀਂ ਯਾਦ ਰੱਖਣਾ ਇਸ ਨੂੰ। ਇਹ ਇਸ ਟਾਈਮ ਤੇ ਫਿਲਹਾਲ ਕਿਹਨਾਂ ਦੇ ਗਵਰਨਰ ਨੇ, ਇਹ ਪੁਡੂਚੇਰੀ ਦੇ ਗਵਰਨਰ ਨੇ, ਇਹ ਤੁਸੀਂ ਯਾਦ ਰੱਖਣਾ। ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ ਸੀ, ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ ਸੁਚੇਤਾ ਕ੍ਰਿਪਲਾਨੀ, ਉੱਤਰ ਪ੍ਰਦੇਸ਼ ਦੀ। ਗਵਰਨਰ ਕੌਣ ਸੀ, ਸਰੋਜਨੀ ਨਾਇਡੂ, ਇਹ ਸੁਚੇਤਾ ਕ੍ਰਿਪਲਾਨੀ ਹੈ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਯਾਦ ਰੱਖਣਾ ਜੀ ਕਿਸੇ ਰਾਜ ਕੇ ਵਿਧਾਨ ਸਭਾ ਕੀ ਪ੍ਰਥਮ ਮਹਿਲਾ ਅਧਿਅਕਸ਼, ਮਤਲਬ ਤੁਹਾਨੂੰ ਪਤਾ ਜੀ ਇੱਕ ਸਟੇਟ ਹੁੰਦਾ, ਰਾਜ ਹੁੰਦਾ, ਰਾਜ ਦੇ ਥੱਲੇ ਕੀ ਹੁੰਦੀ ਹੈ, ਵਿਧਾਨ ਸਭਾ ਹੁੰਦੀ ਹੈ, ਵਿਧਾਨ ਪਰਿਸ਼ਦ ਹੁੰਦੀ ਹੈ ਇੱਕ, ਜਿਹਨੂੰ ਆਪਾਂ ਕਹਿੰਦੇ ਹਾਂ ਜਿੱਥੇ MLA ਸਾਰੇ, ਜਿਵੇਂ ਆਪਣੇ ਪੰਜਾਬ ਦੇ ਵਿੱਚ 117 MLA ਨੇ, ਤੇ ਪੰਜਾਬ ਦਾ ਵੀ ਸਪੀਕਰ ਹੋਏਗਾ ਨਾ। ਇਸੇ ਤਰ੍ਹਾਂ ਕਿਹਾ ਗਿਆ ਹੈ ਕਿ ਕਿਸੇ ਸਟੇਟ ਦੇ ਵਿੱਚ ਪਹਿਲੀ ਮਹਿਲਾ ਸਪੀਕਰ ਕਿਹੜੀ ਬਣੀ ਸੀ, ਪਹਿਲੀ ਮਹਿਲਾ ਸਟੇਟ ਦੇ ਵਿੱਚ। ਆਪਾਂ ਲੋਕ ਸਭਾ 'ਚ ਦੇਖ ਚੁੱਕੇ ਹਾਂ ਮਹਿਲਾ ਸਟੇਟ ਦੇ ਵਿੱਚ, ਤੇ ਹਰਿਆਣਾ ਦੇ ਵਿੱਚ ਕਹਿੰਦੇ ਜੀ 1966-67 ਦੇ ਵਿੱਚ
ਤੇ ਬਣੀ ਸੀ ਸ਼੍ਰੀਮਤੀ ਛੰਨੋ ਦੇਵੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪ੍ਰਥਮ ਮਹਿਲਾ ਕਾਂਗਰਸ ਅਧਿਕਸ਼ ਐਨੀ ਬੈਸੈਂਟ। ਮੈਂ ਹੁਣੇ ਦੱਸਿਆ ਤੁਹਾਨੂੰ, ਇਹ ਕੁਐਸਚਨ ਕਰਵਾਤਾ। ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਨਿਆਇਧੀਸ਼ ਕੌਣ ਬਣੀ ਸੀ? ਤੇ ਇਹ ਕੁਐਸਚਨ ਬੜਾ ਹੀ ਇੰਪੋਰਟੈਂਟ ਕੁਐਸਚਨ ਹੈ। ਇਹ ਸੀਗਾ ਮੀਰਾ ਸਾਹਿਬ ਫਾਤਿਮਾ ਬੀਵੀ। ਇਹ ਤੁਸੀਂ ਯਾਦ ਰੱਖਣਾ ਹੈ। ਸਾਡੇ ਇੰਡੀਆ ਦੇ ਸਭ ਤੋਂ ਵੱਡਾ ਕੋਰਟ ਕਿਹੜਾ ਜੀ? ਸੁਪਰੀਮ ਕੋਰਟ ਹੈ। ਇਹਦੇ ਵਿੱਚ ਕਿੰਨੇ ਜੱਜ ਨੇ? 34 ਜੱਜ ਨੇ। 34 ਜੱਜਾਂ ਦੇ ਵਿੱਚ 33+1 ਜਿਹਨੂੰ ਆਪਾਂ ਕਹਿੰਦੇ ਨੇ CJI। ਹੁਣ CJI ਕੌਣ ਬਣੇ ਨੇ ਸਾਡੇ ਇੰਡੀਆ ਦੇ ਵਿੱਚ? ਉਹ ਯਾਦ ਰੱਖਣੇ ਨੇ। ਉਹ ਬਣੇ ਨੇ NV ਰਮਾਣਾ। ਠੀਕ ਹੈ ਜੀ, NV ਰਮਾਣਾ ਇਹ ਬਣੇ ਨੇ। ਹੁਣ ਇਹ ਤੁਸੀਂ ਦੱਸਣਾ ਵੀ ਇਹ ਕਿੰਨਵੇਂ ਨੰਬਰ ਦੇ ਬਣੇ ਨੇ? 45ਵੇਂ, 46ਵੇਂ, 47ਵੇਂ। ਇਹ ਮੈਨੂੰ ਕਮੈਂਟ ਬਾਕਸ 'ਤੇ ਤੁਸੀਂ ਦੱਸਣਾ ਜ਼ਰੂਰ। ਠੀਕ ਹੈ ਜੀ। ਤੇ ਇਹ ਕਹਿੰਦੇ ਜੀ ਇਹ ਹੁਣ ਤੱਕ ਨਾ ਸੁਪਰੀਮ ਕੋਰਟ ਦੇ ਵਿੱਚ CJI ਮੇਨ ਜੱਜ ਕੋਈ ਨਹੀਂ ਬਣਿਆ। ਵੈਸੇ ਜੱਜ ਬਹੁਤ ਬਣੇ ਨੇ, 33 ਦੇ ਵਿੱਚ ਤਾਂ ਜੱਜ ਲੇਡੀਜ਼ ਬਹੁਤ ਬਣੀਆਂ ਨੇ, ਪਰ ਹੁਣ ਤੱਕ ਚੀਫ ਜਸਟਿਸ ਆਫ ਇੰਡੀਆ ਹਜੇ ਲੇਡੀ ਨਹੀਂ ਪਹੁੰਚੀ ਹੈ। ਤੇ ਇਹ ਉਹ ਜੱਜ ਨੇ ਫਾਤਿਮਾ ਬੀਵੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉੱਚ ਨਿਆਲਿਆ ਮਤਲਬ ਹੁੰਦਾ ਜੀ ਹਾਈ ਕੋਰਟ। ਹਰੇਕ ਸਟੇਟ ਦੇ ਵਿੱਚ ਹਾਈ ਕੋਰਟ ਹੁੰਦਾ। ਉਹਦੀ ਪ੍ਰਥਮ ਮਹਿਲਾ ਮੁੱਖ ਨਿਆਇਧੀਸ਼ ਕੌਣ ਬਣੀ ਹੈ ਜੀ? ਲੀਲਾ ਸੇਠ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ। ਇਹ ਜਿਹੜੀ ਮੀਰਾ ਫਾਤਿਮਾ ਬੀਵੀ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਜੱਜ ਬਣੀ ਸੀ। ਇਹ ਤੁਹਾਡੀ ਹਾਈ ਕੋਰਟ ਦੇ ਵਿੱਚ ਹੈ। ਹਾਈ ਕੋਰਟ ਛੋਟਾ ਹੁੰਦਾ ਜੀ ਸੁਪਰੀਮ ਕੋਰਟ ਤੋਂ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੇ ਵਿੱਚ। ਇੱਥੇ ਗੱਲ ਆ ਗਈ ਕਿ ਦੇਸ਼ ਦੀ ਪਹਿਲੀ ਮਹਿਲਾ ਸਤਰ ਨਿਆਇਧੀਸ਼। ਕਹਿੰਦੇ ਜੀ ਸਤਰ ਨਿਆਇਧੀਸ਼ ਟੈਂਪਰੇਰੀ ਡੇ ਪ੍ਰੂਫ ਦੇ ਵਿੱਚ ਅੰਨਾ ਚਾਂਡੀ ਜਿਹੜੇ ਸੀ ਕੇਰਲ ਤੋਂ ਇਹ ਬਣੇ ਸੀਗੇ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਗੱਲ ਕਰੀਏ ਅਸ਼ੋਕ ਚੱਕਰ ਪਾਣੇ ਵਾਲੀ ਪਹਿਲੀ ਮਹਿਲਾ, ਮਤਲਬ ਪਹਿਲੀ ਮਹਿਲਾ ਜਿਹਨੇ ਅਸ਼ੋਕ ਚੱਕਰ ਮਿਲਿਆ ਸੀ। ਤੁਹਾਨੂੰ ਪਤਾ ਅਸ਼ੋਕ ਚੱਕਰ ਮਿਲਦਾ ਹੁੰਦਾ ਜੀ ਸ਼ੌਰਿਆ ਆਪਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਸ ਦੇ ਵਿੱਚ ਨਿਰਜਾ ਭਨੋਟ। ਇਹ ਤੁਹਾਡਾ ਇੰਨਾ ਇੰਪੋਰਟੈਂਟ ਕੁਐਸਚਨ ਨਹੀਂ ਹੈਗਾ। ਸੰਯੁਕਤ ਰਾਸ਼ਟਰ ਵੈਰੀ ਇੰਪੋਰਟੈਂਟ। ਯੂਨਾਈਟਿਡ ਨੇਸ਼ਨ ਦੇ ਵਿੱਚ ਪਹਿਲੀ ਮਹਿਲਾ ਜਿਨ੍ਹਾਂ ਨੇ ਭਾਰਤ ਨੂੰ ਰਿਪਰੈਜ਼ੈਂਟ ਕੀਤਾ ਸੀ। ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਵਿਜੈ ਲక్ష్ਮੀ ਪੰਡਿਤ। ਠੀਕ ਹੈ ਜੀ, ਇਹ ਕੁਐਸਚਨ ਆ ਸਕਦਾ ਤੁਹਾਨੂੰ। ਦੂਜੇ ਨੰਬਰ 'ਤੇ ਜੀ ਇੰਗਲੈਂਡ ਤੇ ਫਰਾਂਸ ਦੇ ਵਿੱਚ ਨਾ ਇੱਕ ਸਮੁੰਦਰ ਹੈਗਾ, ਛੋਟਾ ਜਿਹਾ ਕੈਨਾਲ ਹੈ ਜਿਹਨੂੰ ਆਪਾਂ ਕਹਿੰਦੇ ਨਹਿਰ ਜੀ, ਉਸ ਨੂੰ ਆਪਾਂ ਕਹਿੰਦੇ ਇੰਗਲਿਸ਼ ਚੈਨਲ ਨੂੰ ਪਾਸ ਕਰਨ ਵਾਲੀ ਪਹਿਲੀ ਮਹਿਲਾ ਤੇ ਇਹ ਸੀ ਆਰਾਤੀ ਸਾਹਾ। ਠੀਕ ਹੈ ਜੀ, ਯਾਦ ਰੱਖਣਾ ਤੁਸੀਂ। ਆਰਾਤੀ ਸਾਹਾ ਦਾ ਇੰਪੋਰਟੈਂਟ ਕੁਐਸਚਨ ਹੈ, ਬਹੁਤ ਜ਼ਿਆਦਾ ਪੇਪਰਾਂ ਦੇ ਵਿੱਚ ਆ ਚੁੱਕਿਆ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਆਉਂਦਾ ਜੀ ਪਹਿਲੀ ਮਹਿਲਾ ਜਿਨ੍ਹਾਂ ਨੇ ਪ੍ਰਥਮ ਮਹਿਲਾ ਜਿਹੜੀ ਨੋਬਲ ਪ੍ਰਾਈਜ਼ ਲਿੱਤਾ ਸੀਗਾ, ਪ੍ਰਥਮ ਭਾਰਤੀ ਮਹਿਲਾ, ਉਹ ਸੀ ਮਦਰ ਟਰੇਸਾ। ਯਾਦ ਰੱਖਣਾ ਮਦਰ ਟਰੇਸਾ ਨੂੰ ਅਵਾਰਡ ਮਿਲ ਗਿਆ ਸੀ। ਠੀਕ ਹੈ ਜੀ, ਇਹਨਾਂ ਨੇ ਹਿਊਮੈਨਿਟੇਰੀਅਨ ਕੰਮ ਕੀਤੇ ਸੀ ਤੇ ਇਹ ਵੀ ਤੁਸੀਂ ਯਾਦ ਰੱਖਣਾ। ਪਹਿਲੀ ਮਹਿਲਾ ਐਵਰੈਸਟ 'ਤੇ ਚੜ੍ਹਨ ਵਾਲੇ, ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ ਮਾਊਂਟ ਐਵਰੈਸਟ, ਨੇਪਾਲ ਦੇ ਵਿੱਚ ਹੈ, ਜਿਸ ਨੂੰ ਆਪਾਂ ਸਾਗਰ ਮਾਥਾ ਕਹਿੰਦੇ ਹਾਂ। ਨੇਪਾਲ ਦੇ ਵਿੱਚ ਸਾਗਰ ਮਾਥਾ। ਠੀਕ ਹੈ ਜੀ, ਪਰਬਤੋਂ ਕੀ ਰਾਣੀ। ਠੀਕ ਹੈ ਜੀ, ਇਸ ਨੂੰ ਯਾਦ ਰੱਖਣਾ ਤੁਸੀਂ। ਇਸ ਨੂੰ ਚੜ੍ਹਨ ਵਾਲੀ ਜਿਹੜੀ ਮਹਿਲਾ ਸੀ ਉਹ ਸੀ ਬਛੇਂਦਰੀ ਪਾਲ। ਵੈਰੀ ਇੰਪੋਰਟੈਂਟ ਕੁਐਸਚਨ ਹੈ, ਬਹੁਤ ਜ਼ਿਆਦਾ ਪੇਪਰਾਂ ਦੇ ਵਿੱਚ ਆਇਆ, ਇਸ ਨੂੰ ਧਿਆਨ ਰੱਖਿਆ ਜੀ। ਮਿਸ ਵਰਲਡ ਬਣਨ ਵਾਲੀ ਪਹਿਲੀ ਮਿਸ ਵਰਲਡ ਬਣਨ ਵਾਲੀ, ਇਹ ਕੁਐਸਚਨ ਬੜੀ ਰੀਤਾ ਫਾਰੀਆ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਇਹ ਵੀ ਪੇਪਰਾਂ ਦੇ ਵਿੱਚ ਕਾਫੀ ਵੇਖਣ ਨੂੰ ਮੈਨੂੰ ਮਿਲਿਆ, ਤਾਂ ਤੁਸੀਂ ਇਹ ਯਾਦ ਰੱਖਣਾ। ਤੇ ਐਵਰੈਸਟ ਨੂੰ 2 ਵਾਰੀ ਚੜ੍ਹਨ ਵਾਲੀ, ਲਗਾਤਾਰ 2 ਵਾਰੀ ਚੜ੍ਹਨ ਵਾਲੀ ਪਹਿਲੀ ਮਹਿਲਾ ਉਹ ਸੀ ਸੰਤੋਸ਼ ਯਾਦਵ ਤੇ ਬਛੇਂਦਰੀ ਪਾਲ ਦੇ ਵਿੱਚ ਨਾ ਕੁਐਸਚਨ ਬੜੀ ਵਾਰੀ ਪੇਪਰਾਂ 'ਚ ਰਿਪੀਟ ਹੋਇਆ। ਇਹ ਤੁਸੀਂ ਯਾਦ ਰੱਖਣਾ। ਇਹ ਇੱਕ ਆ ਗਿਆ ਮਿਸ ਯੂਨੀਵਰਸ। ਇਹ ਸੀਗਾ ਮਿਸ ਵਰਲਡ, ਇਹ ਸੀ ਮਿਸ ਯੂਨੀਵਰਸ ਪੂਰੇ ਧਰਤੀ ਦੇ ਉੱਪਰ। ਤਾਂ ਸੁਸ਼ਮਿਤਾ ਸੇਨ, ਇਹ ਤੁਸੀਂ ਯਾਦ ਰੱਖਣਾ। ਇਹ ਬਣੇ ਸੀਗੇ, ਇਹ ਵੀ ਤੁਸੀਂ ਯਾਦ ਰੱਖਣਾ। ਭਾਰਤ ਰਤਨ ਜਿਹਨੂੰ ਪਹਿਲੀ ਵਾਰੀ ਮਿਲਿਆ ਸੀ ਮਹਿਲਾ ਨੂੰ, ਉਹ ਸੀ ਸ਼੍ਰੀਮਤੀ ਇੰਦਰਾ ਗਾਂਧੀ, ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ। ਇਹ ਯਾਦ ਰੱਖਣਾ ਜੀ ਤੁਸੀਂ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੂੰ ਇੰਡੀਆ ਦੀ ਆਇਰਨ ਲੇਡੀ ਵੀ ਕਹਿੰਦੇ ਆ। ਠੀਕ ਹੈ ਜੀ। ਆਇਰਨ ਮੈਨ ਕਿਹਨੂੰ ਕਹਿੰਦੇ ਆਪਾਂ? ਸਰਦਾਰ ਵੱਲਭ ਭਾਈ ਪਟੇਲ ਜੀ ਨੂੰ। ਸਰਦਾਰ ਵੱਲਭ ਭਾਈ ਪਟੇਲ ਸਾਡੇ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਗਿਆਨਪੀਠ ਅਵਾਰਡ। ਭਾਰਤ ਰਤਨ ਹੋ ਗਿਆ। ਗਿਆਨਪੀਠ ਅਵਾਰਡ ਮਿਲਣ ਵਾਲੀ ਪਹਿਲੀ ਮਹਿਲਾ ਆਸ਼ਾ ਪੂਰਨਾ ਦੇਵੀ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਗਿਆਨਪੀਠ ਅਵਾਰਡ ਸਭ ਤੋਂ ਵੱਡਾ ਸਾਡਾ ਜਿਹੜਾ ਅਵਾਰਡ ਹੈ ਸਾਡੇ ਮਿਲਦਾ ਹੁੰਦਾ ਜੀ। ਇਹਦੇ ਬਾਰੇ ਮੈਂ ਤੁਹਾਨੂੰ ਕਰੰਟ ਦੇ ਵਿੱਚ ਕਿਹੜੇ ਅਵਾਰਡ ਇੰਪੋਰਟੈਂਟ ਨੇ ਸਾਰੇ ਮੈਂ ਕਰਵਾਉਂਗਾ ਤੁਹਾਨੂੰ। ਉਸ ਤੋਂ ਬਾਅਦ ਗੱਲ ਆਉਂਦਾ ਅਰਜੁਨ ਅਵਾਰਡ ਮਿਲਦਾ ਜੀ ਜਿਹੜੇ ਮਹਿਲਾ ਉਹਨਾਂ ਖਿਡਾਰੀਆਂ ਨੂੰ ਮਿਲਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਲਗਾਤਾਰ 4 ਸਾਲ ਤੱਕ ਲਗਾਤਾਰ ਵਧੀਆ ਪਰਫਾਰਮੈਂਸ ਕੀਤੀ ਹੋਵੇ, ਉਹਨਾਂ ਨੂੰ ਮਿਲਦਾ। ਤੇ ਇਸ ਦੇ ਵਿੱਚ ਪਹਿਲੀ ਮਹਿਲਾ ਸੀ ਐਲ ਲੈਮਸਡੇਨ। ਠੀਕ ਹੈ ਜੀ, ਇਹ ਤੁਸੀਂ ਹਾਕੀ ਦੇ ਵਿੱਚ ਮਿਲਿਆ ਸੀ। ਹਾਕੀ ਸਾਡਾ ਨੈਸ਼ਨਲ ਜਿਹੜੀ ਗੇਮ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਸਾਡੇ ਨੈਸ਼ਨਲ ਗੇਮ ਦੇ ਬਾਰੇ ਪੁੱਛ ਸਕਦੇ ਤਾਂ ਤੁਸੀਂ ਯਾਦ ਰੱਖਿਆ ਜੀ। ਤੇ ਹਾਕੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਖਿਲਾੜੀ ਸੀਗੇ ਸਾਡੇ ਕੌਣ ਸੀਗੇ ਜੀ, ਇਹ ਵੀ ਤੁਸੀਂ ਮੈਨੂੰ ਦੱਸਣਾ ਹੈ ਜੀ ਇਹ ਕਮੈਂਟ ਬਾਕਸ ਦੇ ਵਿੱਚ। ਓਲੰਪਿਕ ਦੇ ਵਿੱਚ ਪਹਿਲਾਂ ਕੋਈ ਪਦਕ ਪਾਉਣ ਵਾਲੀ ਪਹਿਲੀ ਮਹਿਲਾ ਇੰਡੀਆ ਦੀ ਵੱਲੋਂ, ਇਹ ਸੀ ਕਰਨਮ ਮਲੇਸ਼ਵਰੀ। ਇਹ ਕੁਐਸਚਨ ਤੁਹਾਨੂੰ ਪੁੱਛਿਆ ਗਿਆ। ਬ੍ਰੌਂਜ ਮੈਡਲ ਜਿੱਤਿਆ ਸੀ ਇਹਨਾਂ ਨੇ। ਤੇ ਕਿਹੜੀ ਗੇਮ ਤੋਂ ਸੀ, ਇਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸੋਗੇ। ਠੀਕ ਹੈ ਜੀ। ਤੇ ਅਰਜੁਨ ਤੇ ਰਾਜੀਵ ਗਾਂਧੀ ਅਵਾਰਡ ਸਾਡਾ ਜੀ ਖੇਲ ਰਤਨ, ਜਿਹਨੂੰ ਖੇਲ ਰਤਨ ਵੀ ਕਹਿ ਦਿੰਦੇ ਆ, ਸਭ ਤੋਂ ਉੱਚਾ ਅਵਾਰਡ ਹੈ ਇਹ ਖੇਲ ਦੀ ਦੁਨੀਆ ਦੇ ਵਿੱਚ। ਤਾਂ ਇਹ ਕਿਹਨਾਂ ਨੂੰ ਮਿਲਿਆ ਸੀ ਪਹਿਲੀ ਵਾਰੀ? ਇਹ ਸੀਗਾ ਕੁੰਜ ਰਾਣੀ, ਇਹਨੂੰ ਗ੍ਰਾਂਡ ਓਲਡ ਲੇਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਸ ਨੂੰ ਗ੍ਰੈਂਡ ਓਲਡ ਮੈਨ ਕਿਹਨੂੰ ਕਿਹਾ ਜਾਂਦਾ ਜੀ? ਤੇ ਉਹ ਦਾਦਾ ਭਾਈ ਨਰੋਜੀ ਨੂੰ
ਕਿਹਾ ਜਾਂਦਾ, ਠੀਕ ਹੈ ਜੀ, ਉਹ ਤੁਸੀਂ ਯਾਦ ਰੱਖਣਾ। ਤੇ ਉਸ ਤੋਂ ਬਾਅਦ ਗੱਲ ਆਉਂਦਾ ਜੀ, ਗੱਲ ਆ ਗਈ ਆਪਣੀ ਪ੍ਰਥਮ ਮਹਿਲਾ ਮੇਅਰ। ਮੇਅਰ ਤੁਹਾਨੂੰ ਪਤਾ ਜੀ, ਜਿੱਥੇ ਵੀ ਮਿਊਨਸੀਪਲ ਕਾਰਪੋਰੇਸ਼ਨ ਬਣਦਾ, ਮਿਊਨਸੀਪਲ ਕਾਰਪੋਰੇਸ਼ਨ ਕਿਸੇ ਵੀ ਸਿਟੀ ਦੇ ਵਿੱਚ ਬਣਦਾ ਤਾਂ ਉੱਥੇ ਪਹਿਲੀ ਮੇਅਰ ਬਣਦੀ ਹੁੰਦੀ ਹੈ। ਤੇ ਮਹਿਲਾ ਮੇਅਰ ਕੌਣ ਬਣੀ ਸੀ? ਤਾਰਾ ਚੈਰੀਅਨ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਚੇਨਈ ਨੂੰ ਪੁਰਾਣੇ ਟਾਈਮ 'ਚ ਮਦਰਾਸ ਕਹਿੰਦੇ ਸੀ, ਸਭ ਤੋਂ ਪੁਰਾਣੀ ਮਦਰਾਸ ਪਹਿਲੀ ਵਾਰੀ ਸਾਡਾ ਬਣਿਆ ਸੀਗਾ ਮਿਊਨਸੀਪਲ ਕਾਰਪੋਰੇਸ਼ਨ, ਠੀਕ ਹੈ ਜੀ। ਤੇ ਇਹ ਯਾਦ ਰੱਖਣਾ ਜੀ, ਲੋਕਲ ਗੌਰਮੈਂਟ ਨੂੰ ਲੈ ਕੇ ਇੰਡੀਆ ਦੇ ਵਿੱਚ ਕੌਣ ਆਏ ਸੀਗੇ? ਲੋਕਲ ਗੌਰਮੈਂਟ ਇੰਡੀਆ ਨੂੰ ਲੈ ਕੇ ਆਇਆ ਸੀਗਾ ਜੀ ਲਾਰਡ ਰਿਪਨ। ਲਾਰਡ ਰਿਪਨ ਨੂੰ ਲੋਕਲ ਗੌਰਮੈਂਟ ਦਾ ਫਾਦਰ ਕਹਿੰਦੇ ਆ, ਲਾਰਡ ਰਿਪਨ ਨੂੰ। ਇਹ ਕੁਐਸਚਨ ਬੜੀ ਵਾਰੀ ਪੇਪਰਾਂ 'ਚ ਆ ਚੁੱਕਿਆ, ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਣੀ ਗੱਲ ਆ ਗਈ ਜੀ ਪ੍ਰਥਮ ਮਹਿਲਾ ਸਨਾਤਕ। ਸਨਾਤਕ ਦਾ ਮਤਲਬ ਹੁੰਦਾ ਜਿਹਨੇ ਪਹਿਲੀ ਗ੍ਰੈਜੂਏਸ਼ਨ ਕੀਤੀ ਸੀ, ਉਹ ਵੀ ਔਨਰਸ ਦੇ ਵਿੱਚ, ਮਤਲਬ ਵਧੀਆ ਨੰਬਰਾਂ ਤੋਂ ਔਨਰਸ ਦੇ ਵਿੱਚ, ਤਾਂ ਉਹ ਸੀ ਕਾਮਨੀ ਰਾਏ, ਠੀਕ ਹੈ ਜੀ, ਕਾਮਨੀ ਰਾਏ 1886 ਦੇ ਵਿੱਚ, ਠੀਕ ਹੈ ਜੀ। ਤੇ ਪਹਿਲੀ ਮਹਿਲਾ ਸਨਾਤਕ ਜਿਹਨੇ ਸਿਰਫ ਗ੍ਰੈਜੂਏਸ਼ਨ ਕੀਤੀ ਸੀ, ਉਹ ਸੀ ਕਦੰਬਨੀ ਗਾਂਗੁਲੀ, ਠੀਕ ਹੈ ਜੀ। ਇਹ ਬੜੀ ਵਾਰੀ ਪੇਪਰ 'ਚ ਕੁਐਸਚਨ ਪੁੱਛਿਆ, ਦੋਨੇ ਕੁਐਸਚਨ ਇੰਪੋਰਟੈਂਟ ਨੇ, ਇਹ ਤੁਸੀਂ ਯਾਦ ਰੱਖਣਾ। ਪਹਿਲੀ ਮਹਿਲਾ ਫਿਜ਼ੀਸ਼ੀਅਨ ਮਤਲਬ ਡਾਕਟਰ, ਉਹ ਸੀ ਆਨੰਦੀ ਬਾਈ ਗੋਪਾਲ ਰਾਵ ਜੋਸ਼ੀ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਤੇ ਪਹਿਲੀ ਮਹਿਲਾ ਸਰਜਨ ਜਿਹਨੇ ਆਪਰੇਸ਼ਨ ਵਗੈਰਾ ਪਹਿਲੀ ਵਾਰੀ ਕੀਤਾ ਸੀ, ਉਹ ਸੀ ਪ੍ਰੇਮਾ ਮੁਖਰਜੀ, ਡਾਕਟਰ ਪ੍ਰੇਮਾ ਮੁਖਰਜੀ। ਤੇ ਪਹਿਲੀ ਮਹਿਲਾ ਰੇਲ ਪ੍ਰਥਮ ਡਰਾਈਵਰ, ਇਹ ਸੀ ਸੁਰੇਖਾ ਸ਼ੰਕਰ ਯਾਦਵ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਤੇ ਪਹਿਲੀ ਮਹਿਲਾ ਵਾਯੂ ਸੈਨਾ ਪਾਇਲਟ ਤੇ ਹਰੀਤਾ ਕੌਰ ਦਿਆਲ, ਠੀਕ ਹੈ ਜੀ, ਇਹ ਤੁਸੀਂ ਯਾਦ। ਤੇ ਲਗਭਗ ਅੱਜ ਦਾ ਟੌਪਿਕ ਮੈਂ ਤੁਹਾਨੂੰ ਫਸਟ ਮਹਿਲਾਵਾਂ ਸਾਰੀਆਂ ਕਰਵਾ ਦਿੱਤੀਆਂ ਨੇ। ਤੇ ਨੈਕਸਟ ਅਸੀਂ ਪੁਰਸ਼ ਦੇ ਬਾਰੇ ਪੜ੍ਹਾਂਗੇ। ਤੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਵੀਡੀਓ ਲੱਗਿਆ ਹੋਵੇਗਾ। ਤਾਂ ਇਸੇ ਤਰ੍ਹਾਂ ਹੀ ਬਣੇ ਰਹੋ ਇਸ ਵੀਡੀਓ ਦੇ ਉੱਪਰ। ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਤੇ ਆਪਣੇ ਫਰੈਂਡਸ ਦੇ ਨਾਲ WhatsApp ਗਰੁੱਪ ਦੇ ਵਿੱਚ ਜੁੜਨ ਵਾਸਤੇ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ, ਠੀਕ ਹੈ ਜੀ। ਤੇ ਮੇਰਾ ਜਿਹੜਾ ਮੈਸੇਜ ਦਾ ਜਿਹੜਾ ਨੰਬਰ ਹੈ, ਤੁਸੀਂ ਮੈਨੂੰ 9464408862 ਦੇ ਉੱਪਰ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਤੇ ਉਹਦੇ ਵਿੱਚ ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ। ਉਹਦੇ ਵਿੱਚ ਤੁਹਾਨੂੰ PDF ਵਗੈਰਾ ਸਭ ਮਿਲ ਜਾਵੇਗੀ, ਠੀਕ ਹੈ ਜੀ। ਥੈਂਕ ਯੂ ਫॉर ਵਾਚਿੰਗ ਮਾਈ ਲੈਕਚਰਸ। ਮਿਲਦੇ ਹਾਂ ਜੀ ਨੈਕਸਟ ਲੈਕਚਰ ਦੇ ਵਿੱਚ।